को पाक रूह से भर दिया। तूने मेरी रूह को पाक रूह से भर दिया। मैं था रोगों से घिरा, मुझे चंगा कर दिया। तूने मेरी रूह को पाक रूह से भर दिया। मैं था रोगों से घिरा, मुझे चंगा कर दिया। तेरे लहू की बूंदों ने मुझे मसाजो किया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। जा दे के मेरे लिए तूने मुझ पे है ऐसा जो किया। जान दे के मेरे लिए तूने मुझ पे है ऐसा जो किया। और मेरे दामन को आसमानी बरकतों से है भर दिया। मुझे अपना के यीशु तूने बाहों में भरा। मैंने अपनी धड़कनों को तेरे हाथों में दिया। मैंने अपनी धड़कनों को तेरे हाथों में दिया। तेरे लहू की बूंदों ने मुझे मसाजो किया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਆਓ ਅਸੀਂ ਖੁਦਾ ਦਾ ਧੰਨਵਾਦ ਕਰੀਏ ਜੋ ਖੁਦਾ ਨੇ ਸਾਨੂੰ ਅੱਜ ਦਾ ਨਵਾਂ ਦਿਨ ਬਖਸ਼ਿਆ ਹੈ। ਇਸ ਨੂੰ ਅਸੀਂ ਖੁਦਾ ਦੇ ਨਾਮ ਉਤੇ ਸ਼ੁਰੂ ਕਰੀਏ। ਇਹਦੇ ਵਿੱਚ ਆਪਣੇ ਕੰਮਾਂ ਕਾਰਾਂ ਨੂੰ, ਸੋਚਾਂ ਵਿਚਾਰਾਂ ਤੇ ਦਿਨ ਭਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪਦੇ ਹੋਏ ਪ੍ਰਭੂ ਦੀ ਮਰਜ਼ੀ ਦੀ ਖੋਜ ਕਰੀਏ ਕਿ ਅਸੀਂ ਹਰ ਕੰਮ ਵਿੱਚ, ਹਰ ਗੱਲਬਾਤ ਵਿੱਚ, ਹਰ ਸੋਚ ਵਿਚਾਰ ਵਿੱਚ ਉਸ ਦੀ ਪਵਿੱਤਰ ਮਰਜ਼ੀ ਨੂੰ ਪੂਰਾ ਕਰੀਏ ਤੇ ਉਹਦੇ ਅਨੁਸਾਰ ਹੀ ਚੱਲੀਏ। ਅੱਜ ਅਸੀਂ ਸਾਨੂੰ ਮਿਲੇ ਮਸੀਹੀ ਈਮਾਨ ਲਈ ਖੁਦਾ ਦਾ ਖਾਸ ਤੌਰ 'ਤੇ ਧੰਨਵਾਦ ਕਰਾਂਗੇ। ਪਵਿੱਤਰ ਅੰਜੀਲ ਵਿੱਚ ਹੀ ਸੁਣਾਂਗੇ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਸਵਰਗ ਰਾਜ ਦਾ ਪ੍ਰਚਾਰ ਕਰਨਾ ਸ਼ੁਰੂ ਕਰਦਾ ਹੈ ਅਤੇ ਸਭ ਤੋਂ ਪਹਿਲਾਂ ਆਪਣੇ 4 ਚੇਲਿਆਂ ਨੂੰ ਉਸ ਦੀ ਪੈਰਵੀ ਕਰਨ ਲਈ ਬੁਲਾਹਟ ਪ੍ਰਦਾਨ ਕਰਦਾ ਹੈ। ਅਸੀਂ ਵੀ ਜਿਨ੍ਹਾਂ ਨੇ ਪ੍ਰਭੂ 'ਤੇ ਈਮਾਨ ਰੱਖਿਆ ਹੈ, ਵਿਸ਼ਵਾਸ ਕੀਤਾ ਹੈ, ਅਸੀਂ ਖੁਦਾ ਦਾ ਧੰਨਵਾਦ ਕਰੀਏ ਸਾਨੂੰ ਇਸ ਦਿੱਤੇ ਮਸੀਹੀ ਈਮਾਨ ਦੇ ਲਈ। ਸ਼ਾਇਦ ਸਾਨੂੰ ਇਹ ਮਸੀਹੀ ਈਮਾਨ ਆਪਣੇ ਮਾਂ ਬਾਪ ਦੇ ਜ਼ਰੀਏ ਮਿਲਿਆ ਹੈ ਜਾਂ ਕਿਸੇ ਵੀ ਹੋਰ ਭੈਣ ਭਰਾ ਦੇ ਰਾਹੀਂ। ਅਸੀਂ ਧੰਨਵਾਦ ਕਰੀਏ ਅਤੇ ਨਾਲ ਹੀ ਖੁਦਾ ਅੱਗੇ ਪ੍ਰਾਰਥਨਾ ਕਰੀਏ ਕਿ ਇਸ ਦਿੱਤੇ ਗਏ ਮਸੀਹੀ ਈਮਾਨ ਵਿੱਚ ਅਸੀਂ ਜੀਵਨ ਭਰ ਖੁਦਾ ਦੇ ਪ੍ਰਤੀ ਵਫਾਦਾਰ ਰਹੀਏ। ਆਓ ਅਸੀਂ ਇਹਨਾਂ ਪਵਿੱਤਰ ਭੇਦਾਂ ਨੂੰ ਮਨਾਉਣ ਲਈ ਆਪਣੇ ਆਪ ਦੀ ਤਿਆਰੀ ਕਰਦੇ ਹੋਏ ਕੀਤੇ ਗਏ ਸਾਰੇ ਗਲਤੀਆਂ ਗੁਨਾਹਾਂ ਨੂੰ ਪ੍ਰਭੂ ਦੀ ਅਲਤਾਰ ਉੱਤੇ ਚੜਾਈਏ ਤਾਂ ਯੋਗ ਢੰਗ ਨਾਲ ਅਸੀਂ ਇਹਨਾਂ ਪਵਿੱਤਰ ਭੇਦਾਂ ਨੂੰ ਮਨਾ ਸਕੀਏ ਅਤੇ ਖੁਦਾ ਦੀਆਂ ਬਰਕਤਾਂ ਹਾਸਲ ਕਰ ਸਕੀਏ।
ਪਛਤਾਵਾ ਪਰ ਦਿਲ ਨਾਲ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। आमीन। ਐ ਪ੍ਰਭੂ ਦਇਆ ਕਰ, ऐ प्रभु दया कर, ਐ ਮਸੀਹਾ ਦਇਆ ਕਰ, ऐ मसीहा दया कर, ਐ ਪ੍ਰਭੂ ਦਇਆ ਕਰ। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਖੁਦਾ, ਆਪਣੇ ਲੋਕਾਂ ਦੀਆਂ ਅਰਜ਼ਾਂ ਵੱਲ ਧਿਆਨ ਲਾ, ਬਖਸ਼ ਦੇ ਕਿ ਉਹ ਉਹਨਾਂ ਕੰਮਾਂ ਨੂੰ ਪਰਖ ਸਕਣ ਜੋ ਕੀਤੇ ਜਾਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਕਰਨ ਲਈ ਸਹੀ ਸ਼ਕਤੀ ਹਾਸਲ ਕਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। आमीन। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ ਸਾਮੂਅਲ ਉਸ ਦਾ 1 ਬਾਬ 1 ਤੋਂ 8 ਆਇਤ ਤੱਕ। ਅਲਕਾਨਾ ਦਾ ਇੱਕ ਆਦਮੀ ਇਫਰਾਇਮ ਦੇ ਪਹਾੜੀ ਇਲਾਕੇ ਤੋਂ ਨਗਰ ਰਾਮਾਤੈਮ ਸੋਫੀਮ ਵਿੱਚ ਰਹਿੰਦਾ ਸੀ। ਉਸ ਦੇ ਪਿਤਾ ਦਾ ਨਾਂ ਯਰੇਹਾਮ ਸੀ ਜੋ ਅਲੀਹੂ ਦਾ ਪੁੱਤਰ ਸੀ। ਅਲੀਹੂ ਦੇ ਪਿਤਾ ਦਾ ਨਾਂ ਤੋਹੂ ਸੀ ਜੋ ਸੂਫ ਇਫਰਾਥੀ ਦਾ ਪੁੱਤਰ ਸੀ। ਅਲਕਾਨਾ ਦੀਆਂ 2 ਪਤਨੀਆਂ ਸਨ ਜਿਨ੍ਹਾਂ ਦੇ ਨਾਂ ਹਨਾ ਅਤੇ ਪਨੀਨਾ ਸਨ। ਪਨੀਨਾ ਦੀ ਸੰਤਾਨ ਸੀ ਪਰ ਹੰਨਾ ਨੀ ਸੰਤਾਨ ਸੀ। ਇਹ ਆਦਮੀ ਹਰ ਸਾਲ ਸਰਵ ਸ਼ਕਤੀਮਾਨ ਪ੍ਰਭੂ ਦੀ ਉਪਾਸਨਾ ਕਰਨ ਅਤੇ ਭੇਟ ਚੜਾਉਣ ਲਈ ਸਿਲੋਹ ਸ਼ਹਿਰ ਨੂੰ ਜਾਂਦਾ ਸੀ। ਸਿਲੋਹ ਵਿੱਚ ਉਸ ਸਮੇਂ ਪੁਰੋਹਿਤ ਐਲੀ ਦੇ 2 ਪੁੱਤਰ ਹਾਫਨੀ ਅਤੇ ਫਿਨਹਾਸ ਪ੍ਰਭੂ ਦੇ ਸਾਹਮਣੇ ਪੁਰੋਹਿਤਾਈ ਸੇਵਾ ਦਾ ਕੰਮ ਕਰਦੇ ਸਨ। ਅਲਕਾਨਾ ਹਰ ਵਾਰ ਬਲੀ ਚੜਾਉਣ ਦੇ ਪਿੱਛੋਂ ਬਲੀ ਦਾ ਇੱਕ ਹਿੱਸਾ ਪਨੀਨਾ ਅਤੇ ਇੱਕ ਹਿੱਸਾ ਉਸ ਦੇ ਧੀਆਂ ਪੁੱਤਰਾਂ ਨੂੰ ਦਿੰਦਾ ਸੀ। ਹੰਨਾ ਨੂੰ ਉਹ ਬਹੁਤ ਪਿਆਰ ਕਰਦਾ ਸੀ ਪਰ ਉਸ ਨੂੰ ਵੀ ਉਹ ਬਲੀ ਦਾ ਇੱਕੋ ਹੀ ਹਿੱਸਾ ਦਿੰਦਾ ਕਿਉਂਕਿ ਉਹ ਬਾਂਝ ਸੀ। ਹਨਾਰ ਦੀ ਸੌਂਕਣ ਪਨੀਨਾ ਉਸ ਨੂੰ ਮਿਹਣਿਆਂ ਨਾਲ ਬਹੁਤ ਤੰਗ ਕਰਦੀ ਸੀ ਕਿਉਂਕਿ ਉਸ ਨੂੰ ਪ੍ਰਭੂ ਨੇ ਕੋਈ ਸੰਤਾਨ ਨਹੀਂ ਦਿੱਤੀ ਸੀ। ਇਸ ਤਰ੍ਹਾਂ ਕਈ ਸਾਲ ਚੱਲਦਾ ਰਿਹਾ ਅਤੇ ਪਨੀਨਾ ਹਨਾ ਨੂੰ ਮਿਹਣੇ ਦੇ ਕੇ ਤੰਗ ਕਰਦੀ ਸੀ ਅਤੇ ਉਹ ਰੋਣ ਲੱਗ ਪੈਂਦੀ ਸੀ ਅਤੇ ਉਹ ਸਭ ਕੁਝ ਖਾਣਾ ਪੀਣਾ ਛੱਡ ਦਿੰਦੀ ਸੀ। ਤਦ ਅਲਕਾਨਾ ਹੰਨਾ ਨੂੰ ਕਹਿੰਦਾ, ਤੂੰ ਕਿਉਂ ਰੋਂਦੀ ਹੈ? ਤੂੰ ਕੁਝ ਖਾਂਦੀ ਨਹੀਂ। ਤੂੰ ਕਿਉਂ ਦੁਖੀ ਰਹਿੰਦੀ ਹੈ? ਕਿ ਤੇਰੇ ਲਈ ਮੈਂ 10 ਪੁੱਤਰਾਂ ਨਾਲੋਂ ਚੰਗਾ ਨਹੀਂ? ਇਹ ਪ੍ਰਭੂ ਦੀ ਪਾਕ ਬਾਣੀ ਹੈ। खुदा दा शुक्र होवे। कायम यहोवा या रब
कायम है तख्त तेरा, दायम यहोवा या रब, कायम है तख्त तेरा। तू वास्ते नया दे तख्त अपना है बिछाया, तू वास्ते नया दे तख्त अपना है बिछाया, दायम यहोवा या रब, कायम है तख्त तेरा। मोहकम मकान यहोवा, दुखियारे आलई है मोहकम मकान यहोवा, मोहकम मकान यहोवा। ओ नाद दुख दे वेले है ओ नादी पलागा, ओ नाद दुख दे वेले है ओ नादी पलागा, कायम यहोवा या रब, कायम है वक्त तेरा, तू वास्ते नया दे तख्त अपना है बिछाया, दायम यहोवा या रब, कायम है तख्त तेरा। घर घर में अंजील सुनाएंगे, प्यारे यीशु का नाम बताएंगे, घर घर में अंजील सुनाएंगे, प्यारे यीशु का नाम बताएंगे, ऐसा छेड़ेंगे मिलकर तराना, जाग उठेगा सारा ज़माना, ऐसा छेड़ेंगे मिलकर तराना, जाग उठेगा सारा ज़माना, भूले भटकों को राह पर लाएंगे, प्यारे यीशु का नाम बताएंगे, घर घर में अंजील सुनाएंगे, प्यारे यीशु का नाम बताएंगे। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा सन मरकुस दे अनुसार ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ ਇੱਕ ਅਧਿਆਇ 14 ਤੋਂ 20 ਆਇਤ। ਫਿਰ ਯੂਹੰਨਾ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਯੀਸ਼ੂ ਗਲੀਲ ਵਿੱਚ ਆਇਆ ਅਤੇ ਇਹ ਕਹਿੰਦੇ ਹੋਏ ਖੁਦਾ ਦੀ ਖੁਸ਼ਖਬਰੀ ਦਾ ਐਲਾਨ ਕਰਨ ਲੱਗਾ, ਸਮਾਂ ਪੂਰਾ ਹੋ ਗਿਆ ਹੈ ਅਤੇ ਖੁਦਾ ਦਾ ਰਾਜ ਨੇੜੇ ਆ ਗਿਆ ਹੈ। ਪਛਤਾਵਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਵੋ। ਗਲੀਲ ਦੇ ਸਮੁੰਦਰ ਦੇ ਕੰਢੇ ਉੱਤੇ ਚਲਦੇ ਚਲਦੇ ਯਿਸੂ ਨੇ ਸ਼ਮਾਉਨ ਅਤੇ ਉਸ ਦੇ ਭਰਾ ਅੰਦਰਿਆਸ ਨੂੰ ਸਮੁੰਦਰ ਵਿੱਚ ਜਾਲ ਲਾਉਂਦੇ ਵੇਖਿਆ, ਕਿਉਂਕਿ ਉਹ ਮਛੁਆਰੇ ਸਨ। ਯਿਸੂ ਨੇ ਉਹਨਾਂ ਨੂੰ ਕਿਹਾ, ਮੇਰੇ ਪਿੱਛੇ ਚੱਲੋ
ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛੁਆਰੇ ਬਣਾਵਾਂਗਾ। ਉਹ ਤੁਰੰਤ ਆਪਣੇ ਜਾਲ ਛੱਡ ਕੇ ਉਸ ਦੇ ਪਿੱਛੇ ਤੁਰ ਪਏ। ਉਹ ਥੋੜਾ ਅੱਗੇ ਹੀ ਵਧਿਆ ਤਾਂ ਉਸਨੇ ਜਬਦੀ ਦੇ ਪੁੱਤਰ ਯਾਕੂਬ ਅਤੇ ਉਸਦੇ ਭਰਾ ਯੂਹੰਨਾ ਨੂੰ ਵੇਖਿਆ, ਜੋ ਕਿਸ਼ਤੀ ਵਿੱਚ ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ। ਤੁਰੰਤ ਉਸਨੇ ਉਹਨਾਂ ਨੂੰ ਸੱਦਿਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿੱਚ ਪਾੜੇ ਤੇ ਰੱਖੇ ਨੌਕਰਾਂ ਨਾਲ ਛੱਡ ਕੇ ਉਸ ਦੇ ਪਿੱਛੇ ਚੱਲ ਪਏ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵੀ ਪਿਆਰੇ ਭੈਣੋ ਤੇ ਭਰਾਓ, ਪਵਿੱਤਰ ਵਚਨ ਦੇ ਅਨੁਸਾਰ ਅੱਜ ਅਸੀਂ ਕੁਝ ਖਾਸ ਗੱਲਾਂ ਤੇ ਧਿਆਨ ਲਾਈਏ। ਅਸੀਂ ਪਹਿਲਾ ਪਾਠ ਸੁਣਿਆ ਸਾਮੂਅਲ ਨਬੀ ਦੀ ਪਹਿਲੀ ਪੁਸਤਕ ਵਿੱਚੋਂ, ਉਸ ਦੇ ਪਹਿਲੇ ਅਧਿਆਇ ਵਿੱਚੋਂ, ਕਿ ਹੰਨਾ ਨਾਂ ਦੀ ਔਰਤ ਦੇ ਕੋਲ ਕੋਈ ਸੰਤਾਨ ਨਹੀਂ ਸੀ, ਪਰ ਉਸਨੇ ਖੁਦਾ ਨਾਲ ਆਪਣਾ ਨਾਤਾ ਨਹੀਂ ਤੋੜਿਆ, ਪ੍ਰਾਰਥਨਾ ਕਰਨੀ ਨਹੀਂ ਛੱਡੀ, ਸਗੋਂ ਹਰ ਵਾਰ ਜਦੋਂ ਵੀ ਉਹ ਖੁਦਾ ਦੇ ਘਰ, ਖੁਦਾ ਦੇ ਹੈਕਲ ਵਿੱਚ ਜਾਂਦੀ ਸੀ, ਉਹ ਵੱਧ ਗੰਭੀਰਤਾ ਦੇ ਨਾਲ, ਹੋਰ ਵੀ ਸੱਚੇ ਈਮਾਨ ਦੇ ਨਾਲ ਖੁਦਾ ਅੱਗੇ ਪ੍ਰਾਰਥਨਾ ਕਰਦੀ ਸੀ। ਅੱਜ ਅਸੀਂ ਇਸ ਪਾਕ ਮਾਸ ਦੇ ਰਾਹੀਂ ਉਹਨਾਂ ਸਾਰੇ ਨਿਸੰਤਾਨ ਪਤੀ ਪਤਨੀਆਂ ਲਈ ਪ੍ਰਾਰਥਨਾ ਕਰਾਂਗੇ। ਪਿਆਰਿਓ, ਆਪਾਂ ਵੇਖਦੇ ਹਾਂ ਕਿ ਆਮ ਤੌਰ 'ਤੇ ਜਿਨ੍ਹਾਂ ਵਿਆਹੇ ਜੋੜਿਆਂ ਕੋਲ ਸੰਤਾਨ ਨਹੀਂ ਹੁੰਦੀ, ਉਹ ਡਾਕਟਰਾਂ ਵੈਦਾਂ ਕੋਲ ਜਾਂਦੇ ਆ, ਦਵਾਈਆਂ ਵਗੈਰਾ ਖਾਂਦੇ ਆ, ਵੱਖ-ਵੱਖ ਤਰ੍ਹਾਂ ਦੇ ਟੈਸਟ ਕਰਦੇ ਆ। ਉਹਨਾਂ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸਹੀ ਜਵਾਬ ਜਾਂ ਕੋਈ ਫਲ ਨਹੀਂ ਮਿਲਦਾ। ਇਸ ਦਾ ਖਾਸ ਮਤਲਬ ਇਹੀ ਹੈ ਕਿ ਉਹ ਸਾਰੇ ਕੰਮ ਇਹ ਕਰ ਚੁੱਕੀ ਆ, ਪਰ ਹਾਲੇ ਤੱਕ ਖੁਦਾ ਦੇ ਕੋਲ ਨਹੀਂ ਪਹੁੰਚੇ। ਜੇਕਰ ਖੁਦਾ ਦੇ ਘਰ ਗਏ ਵੀ ਆ ਤੇ ਹਾਲੇ ਤੱਕ ਵੀ ਉਹਨਾਂ ਦੀ ਜੋ ਪ੍ਰਾਰਥਨਾ ਹੈ, ਉਹਨਾਂ ਵਿੱਚ ਪੂਰਨ ਤੌਰ 'ਤੇ ਵਿਸ਼ਵਾਸ ਅਤੇ ਗੰਭੀਰਤਾ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਰਹੀ। ਫਿਰ ਅਸੀਂ ਵੇਖਦੇ ਹਾਂ ਕਿ ਜਦੋਂ ਹੰਨਾ ਦੀਆਂ ਕੀਤੀਆਂ ਦੁਆਵਾਂ ਦਾ ਫਲ ਉਸ ਨੂੰ ਮਿਲਦਾ ਹੈ। ਉਸ ਦੇ ਘਰ ਵਿੱਚ ਸਾਮੂਅਲ ਦਾ ਜਨਮ ਹੁੰਦਾ ਹੈ ਤੇ ਉਹ ਉਸ ਦੇ ਜਨਮ ਤੋਂ ਪਹਿਲਾਂ ਹੀ ਪ੍ਰਤੀਗਿਆ ਕਰਦੀ ਹੈ ਕਿ ਜੇਕਰ ਮੈਂ ਬਾਲਕ ਨੂੰ ਗ੍ਰਹਿਣ ਕਰਾਂਗੀ, ਉਸ ਦੇ ਜਨਮ ਤੋਂ ਬਾਅਦ ਮੈਂ ਉਸ ਨੂੰ ਖੁਦਾ ਦੇ ਘਰ ਵਿੱਚ ਹਮੇਸ਼ਾ ਲਈ ਅਰਪਣ ਕਰ ਦੇਵਾਂਗੀ। ਅਤੇ ਇਸੇ ਤਰੀਕੇ ਨਾਲ ਜਦੋਂ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹ ਆਪਣੀ ਪ੍ਰਤੀਗਿਆ ਨੂੰ ਪੂਰਾ ਕਰਨ ਲਈ 3 ਸਾਲ ਤੋਂ ਬਾਅਦ ਉਸ ਨੂੰ ਖੁਦਾ ਦੇ ਘਰ ਵਿੱਚ ਖੁਦਾ ਦੀ ਹੈਕਲ, ਉਸ ਦੀ ਅਤਾਤ ਦੀ ਸੇਵਾ ਕਰਨ ਲਈ ਹਮੇਸ਼ਾ ਲਈ ਅਰਪਣ ਕਰ ਦਿੰਦੀ ਹੈ ਤੇ ਉਹ ਬਾਲਕ ਅੱਗੇ ਜਾ ਕੇ ਨਬੀ ਸਾਮੂਅਲ ਬਣਦਾ ਹੈ, ਸਾਰੇ ਇਸਰਾਇਲ ਲੋਕਾਂ ਦੀ ਅਗਵਾਈ ਕਰਦਾ ਹੈ। ਅੰਜੀਲ ਵਿੱਚ ਆਪਾਂ ਸੁਣਦੇ ਹਾਂ ਕਿ ਪ੍ਰਭੂ ਯਿਸੂ ਜਦੋਂ ਪ੍ਰਚਾਰ ਕਰਨਾ ਸ਼ੁਰੂ ਕਰਦੇ ਹਨ ਤਾਂ ਆਪਣੇ ਪਹਿਲੇ ਚੇਲਿਆਂ ਨੂੰ ਸੱਦਾ ਦਿੰਦੇ ਹਨ, ਜਿਹੜੇ ਮਛੁਆਰੇ ਸਨ, ਕਿ ਉਹ ਪ੍ਰਭੂ ਦੀ ਆ ਕੇ ਪੈਰਵੀ ਕਰਨ। ਅੰਦਰਿਆਸ, ਸ਼ਮਾਉਨ, ਯਾਕੂਬ ਅਤੇ ਯੂਹੰਨਾ ਇਹ ਖੁਸ਼ਨਸੀਬ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਭੂ ਯਿਸੂ ਸਾਰਿਆਂ ਤੋਂ ਪਹਿਲਾਂ ਆਪਣੀ ਪੈਰਵੀ ਕਰਨ ਲਈ ਸੱਦਾ ਦਿੰਦਾ ਹੈ। ਪਿਆਰਿਓ, ਸਾਨੂੰ ਵੀ ਖੁਦਾ ਨੇ ਸੱਦਾ ਦਿੱਤਾ ਹੋਇਆ ਹੈ। ਸਾਨੂੰ ਇੱਕ ਬੁਲਾਹਟ ਮਿਲੀ ਹੈ, ਮਸੀਹੀ ਜੀਵਨ ਬਿਤਾਉਣ ਦੀ ਬੁਲਾਹਟ। ਇਹ ਜੋ ਮਸੀਹੀ ਈਮਾਨ ਹੈ, ਇਹ ਕੁਛ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਹਨੇਰੀ ਚੱਲ ਰਹੀ ਹੈ ਤਾਂ ਉਹਦੇ ਵਿੱਚ ਇੱਕ ਦੀਵਾ ਬਲ ਰਿਹਾ ਹੈ। ਇਸ ਤਰੀਕੇ ਨਾਲ ਅਸੀਂ ਇਸ ਨੂੰ ਸੰਭਾਲ ਕੇ ਰੱਖਣਾ ਹੈ। ਜੇਕਰ ਸਾਡਾ ਈਮਾਨ ਪੱਕਾ ਹੈ, ਸਾਡਾ ਵਿਸ਼ਵਾਸ ਪੱਕਾ ਹੈ, ਅਸੀਂ ਖੁਦਾ ਦੇ ਨਿਰੰਤਰ ਦੁਆ ਵਿੱਚ, ਪ੍ਰਾਰਥਨਾਵਾਂ ਦੇ ਵਿੱਚ, ਵਚਨ ਨੂੰ ਪੜ੍ਹਨ ਸੁਣ, ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੇ ਵਿੱਚ ਉਸ ਦੇ ਨਾਲ ਜੁੜੇ ਹੋਏ ਹਾਂ ਅਤੇ ਸਾਡੇ ਈਮਾਨ ਦੀ ਇਹ ਲੋ ਕਦੀ ਵੀ ਨਹੀਂ ਬੁਝੇਗੀ, ਤਾਂ ਅਸੀਂ ਪ੍ਰਭੂ ਦੇ ਸੱਚੇ ਪੈਰੋਕਾਰ ਠਹਿਰਾਵਾਂਗੇ। ਹਰ ਕੰਮ ਵਿੱਚ ਉਸ ਦੀ ਮਰਜ਼ੀ ਨੂੰ ਅਤੇ ਉਸ ਦੇ ਵਚਨ ਨੂੰ ਪੂਰਾ ਕਰਨ ਲਈ ਪਹਿਲ ਦੇਵਾਂਗੇ। ਆਓ ਅਸੀਂ
ਖਾਸ ਤੌਰ ਤੇ ਅੱਜ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ। ਅੱਜ ਖਾਸ ਤੌਰ ਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਵਿਆਹੇ ਜੋੜਿਆਂ ਦੇ ਲਈ ਜਿਨ੍ਹਾਂ ਕੋਲ ਸੰਤਾਨ ਨਹੀਂ ਹੈ। ਪਿਤਾ ਪਰਮੇਸ਼ਵਰ, ਉਹਨਾਂ ਤੇ ਦਇਆ ਕਰੋ, ਆਪਣੀ ਦਇਆ ਵਿੱਚ ਉਹਨਾਂ ਨੂੰ ਸੰਤਾਨ ਦਾ ਵਰਦਾਨ ਬਖਸ਼ੋ। ਇਸ ਦੇ ਨਾਲ ਹੀ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਪੈਰੋਕਾਰਾਂ ਦੇ ਲਈ ਜਿਨ੍ਹਾਂ ਨੂੰ ਈਮਾਨ ਦੀ ਦਾਤ ਬਖਸ਼ੀ ਹੈ। ਹੈ ਪ੍ਰਭੂ, ਉਹ ਜਿੱਥੇ ਕਿਤੇ ਵੀ ਹੋਣ, ਜਿਨ੍ਹਾਂ ਵੀ ਮੁਸੀਬਤਾਂ, ਅਤਿਆਚਾਰਾਂ, ਜ਼ੁਲਮਾਂ ਦਾ ਸਾਹਮਣਾ ਕਰਦੇ ਹਨ, ਹੈ ਪ੍ਰਭੂ, ਉਹਨਾਂ ਨੂੰ ਈਮਾਨ ਦੀ ਮਜ਼ਬੂਤੀ ਪ੍ਰਦਾਨ ਕਰੋ ਤਾਂ ਜੋ ਆਪਣੇ ਮਸੀਹ ਈਮਾਨ ਵਿੱਚ ਹਮੇਸ਼ਾ ਮਜ਼ਬੂਤ ਰਹਿਣ ਅਤੇ ਖੁਦਾ ਦੀਆਂ ਬਰਕਤਾਂ ਇਸੇ ਤਰ੍ਹਾਂ ਹਾਸਲ ਕਰਦੇ ਰਹਿਣ ਅਤੇ ਤੁਹਾਡੇ ਵਚਨ ਦੇ ਵੀ ਗਵਾਹ ਬਣ ਸਕਣ। ਅਸੀਂ ਮੰਗਦੇ ਹਾਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ, ਆਮੀਨ। कर ले परिवार, अर्पण करा मैं रोजे समझा। प्यारे खुदाया कर ले परिवार, अर्पण करा मैं रोजे समझा। बरकत दे मैनू, मैं होवा वफादार। मेरे कसूरां नू कर दे तू माफ, बरकत दे मैनू, मैं होवा वफादार। मेरा तू प्यारे रख दिया, अर्पण करा मैं रोजे खुदाया कर ले परिवार, अर्पण करा मैं रोजे समझा। अर्पण करा मैं रोजे समझा, अर्पण करा मैं रोजे समझा। प्रात भैनों, प्रार्थना करो कि मेरी ते तुहाडी कुर्बानी पूरी कुदरत वाले खुदा बाप ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਬਖਸ਼ ਦੇ ਕਿ ਤੇਰੇ ਲੋਕਾਂ ਦਾ ਚੜਾਵਾ ਤੈਨੂੰ ਪਸੰਦ ਆਵੇ। ਇਹਨਾਂ ਰਾਹੀਂ ਸਾਡੀ ਭਗਤੀ ਭਰੀ ਦੁਆ ਸੁਣ ਅਤੇ ਕਬੂਲ ਕਰ ਅਤੇ ਸਾਨੂੰ ਪਾਕੀਜ਼ਗੀ ਵਿੱਚ ਮੁੜ ਬਹਾਲ ਕਰ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਤੋਂ ਤੂੰ ਸਾਡਾ ਮੁਕਤੀ ਦਾਤਾ ਅਤੇ ਨਿਸ਼ਾਨ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇਹ ਧਰ ਕੇ ਕੁਆਰੀ ਮਰੀਮ ਤੋਂ ਜਨਮ ਲਿਆ। ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਪੁਕਾਰਦੇ ਹਾਂ, ਪਾਕ ਪਾਕ ਪਾਕ
ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਆਗ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੀ ਹੋਈ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਵਾਸ ਫ੍ਰੈਂਕੋ ਦੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੇ ਮੇਡ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤਾਂ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਏ ਦੇ ਮੁਬਾਰਕ ਵਰ ਸਨ ਯੂਸਫ ਦੇ ਨਾਲ, ਧੰਨ ਰਸੂਲਾਂ ਸਨ ਪਤਰਸ, ਇੰਦਰੀਆਸ, ਯਹੰਨਾ ਅਤੇ ਯਾਕੂਬ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕਰ ਆਮੀਨ। ਆਓ ਅਸੀਂ ਖੁਦਾ ਦਾ ਰਾਜ ਸਾਡੇ ਵਿੱਚੋਂ ਲਈ ਉਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੇ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੇ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। ਸਾਰਿਆਂ ਨੂੰ ਕੋਲ ਬੁਲਾਵਦਾ, ਥੱਕੇ ਮਾਂਦਿਆਂ ਤੇ ਪਾਰ ਹੇਠਾਂ ਦਬਿਆ, ਦੁਖੀ ਦਿਲਾਂ ਨੂੰ ਆਰਾਮ ਪਹੁੰਚਾਵਦਾ। ਆਓ ਬਾਤ ਸ਼ਰਾਕਤ ਲੈਣ ਚੱਲੀਏ, ਯਿਸੂ ਸਾਰਿਆਂ ਨੂੰ ਕੋਲ ਬੁਲਾਵਦਾ, ਥੱਕੇ ਮਾਂਦਿਆਂ ਤੇ ਪਾਰ ਹੇਠਾਂ ਦਬਿਆ, ਦੁਖੀ ਦਿਲਾਂ ਨੂੰ ਆਰਾਮ ਪਹੁੰਚਾਵਦਾ। ਆਓ ਬਾਤ ਸ਼ਰਾਕਤ ਲੈਣ ਚੱਲੀਏ। रोटी मैं जिंदगी दी, यीशु ने फरमाया।
ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਖੁਦਾ, ਸਾਡੀ ਨਿਮਰ ਦੁਆ ਹੈ ਕਿ ਜਿਨ੍ਹਾਂ ਨੂੰ ਤੂੰ ਆਪਣੇ ਪਾਕ ਪੈਦਾ ਨਾਲ ਨਵਾਂ ਕੀਤਾ ਹੈ, ਉਹ ਵਫਾਦਾਰੀ ਨਾਲ ਤੇਰੀ ਸੇਵਾ ਕਰਦੇ ਹੋਏ ਤੈਨੂੰ ਖੁਸ਼ ਕਰਨ ਵਾਲਾ ਜੀਵਨ ਗੁਜ਼ਾਰ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਪਹਿਲੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। सच्चे रब दा शुक्र मनाए, धन्यवाद दी भेंट चढ़ाए। सच्चे रब दा शुक्र मनाए, धन्यवाद धन्यवाद। हालेलुया हालेलुया, धन्यवाद धन्यवाद। हालेलुया हालेलुया। खुशी नाल ओदा धन्यवाद कर करके, लैनी बरकत जोड़ियां पर के। खुशी नाल ओदा धन्यवाद कर के, लैनी बरकत जोड़ियां पर के। ओदे दर तो कदे ना खाली जाए, ओदे दर तो कदे ना खाली जाए। सच्चे रब दा शुक्र मनाए, धन्यवाद धन्यवाद। हालेलुया हालेलुया, धन्यवाद धन्यवाद। हालेलुया 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 हालेलुया।